ठीक है जी। मैं मेरी फोटो कित्थों दिखदी हुंदी है सर? मैनूं तां दिखदा नहीं पिया अपनी फोटो। नहीं, हाँ जी सर, देखो आ रही है? नहीं सर। अच्छा, अच्छा, अच्छा। ठीक। ओके जी। ਲਾਣੀ ਹੈ ਲਾਣੀ ਹੈ ਪਹਿਲਾਂ ਪੁੱਛਿਆ ਸੀ ਨਹੀਂ ਕਹਿੰਦੇ ਨਹੀਂ ਸਰ ਕਿਹੜਾ ਕੰਮ ਕਰਾ ਰਹੇ ਹੋ ਚਾਹੀਦਾ ਵੈਸੇ ਤਾਂ ਹੁੰਦਾ ਛੋਟਾ ਜਿਹਾ ਠੀਕ ਹੈ वैसे सर ऐसा ही चाहिए। हाँ जी मैडम। हाँ जी सर, हाँ जी, हाँ जी, आ गए। मैडम ਤੁਹਾਡੇ ਦੋ आ रही हैं ਤੁਹਾਡੀਆਂ हाँ जी आईडी। सर, 2 आ रही हैं मेरी। हाँ जी, हाँ जी। वो मेरी मोबाइल पे है और मेरी ओटी पे है। अच्छा, दो जगह ते खुले? हाँ जी, हाँ जी, 2 जगह पे खोली है। ओके। ਤੁਸੀਂ ਦੱਸ ਦਿਓ ਮੈਡਮ ਜਦੋਂ ਤੁਸੀਂ ਕਹਿੰਦੇ ਹੋਗੇ ਜਦੋਂ ਸਟਾਰਟ ਕਰਨੀ ਉਦੋਂ ਤੁਸੀਂ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ अर्ਲੀ ਸਟਾਰਟ ਕਰਨੀ ਹੈ ਤਾਂ अर्ਲੀ ਸਟਾਰਟ ਕਰ ਲਿਓ। अर्ली स्टार्ट नहीं करनी हैगी, बस यही टाइम नहीं मिलता हैगा ना, हो दसन लगे। ओके, थैंक यू। मैं पूरे 3 बजे कर दूंगी स्टार्ट सर। स्क्रीन शो हो रही है ना मेरी? हेलो, स्क्रीन शो हो रही है ना सर मेरी? हाँ जी, हाँ जी, शो हो रही है मैडम। ठीक है, थैंक यू। हाँ जी, हाँ जी। ਹੁਣ ਤਾਂ ਕਹਿਣ ਦੀ ਲੋੜ ਨਹੀਂ ਪੈਣੀ ਕੰਮ ਵਾਸਤੇ ਹੁਣ ਤਾਂ ਕਹਿੰਦੇ ਮੈਨੂੰ ਇੰਨੀ ਵਾਰ ਤਾਂ ਕਹਿਣਾ ਯਾਰ ਵੀ ਕਿਉਂ ਵਾਲੀ ਵੇਟ ਕਰਦੇ ਤੁਸੀਂ ਕਿਉਂ ਵਾਲੀ देखिए बड़ा गेट था और गेट चाप भी लो बस
हाँ जी मैडम, वेटिंग रूम डिसेबल कर रहे हैं जी। ओके सर। सर मनजिंदर मैम ने को होस्ट बना दियो मेरा, मनजिंदर मैम ने। स्टार्ट में नमस्कार जी, मैं उपासना अत्री गवर्नमेंट ITI 5 फेस मोहाली तो आप सबका स्वागत करती हैं। मेरे इंस्ट्रक्टर साहबान और मेरे प्यारे स्टूडेंट्स, वेलकम टू माय क्लास। मैं अपने उच्च अधिकारियों का डिपार्टमेंट ऑफ टेक्निकल एजुकेशन एंड इंडस्ट्री ट्रेनिंग पंजाब के सारे उच्च अधिकारी, साढ़े डिप्टी डायरेक्टर मिस्टर वजिंदर धवन जी ते साढ़े आई टॉट के ऑफिसर साहबान, मैं सारे उन्होंने बहुत बहुत धन्यवाद करती हूँ जिन्होंने नीली का प्लेटफॉर्म प्रोवाइड करवाया सानू अपने बच्चों की एजुकेशन दे लई। मैं सब का उन्होंने बहुत बहुत धन्यवाद करती हाँ तो स्वागत करती हाँ। मैं थानू अपने ITs बारे दसना चाहती हाँ। मैं गवर्नमेंट ITI 5 फेस मोहाली तो साढ़े उरे 2 साल के कोर्सेस और 1 साल के कोर्सेस करवाए जाते हैं, ड्राफ्ट्समैन सिविल और ड्राफ्ट्समैन मैकेनिकल।
2 ईयर कोर्स है इंफॉर्मेशन कम्युनिकेशन एंड टेक्नोलॉजी एंड सिस्टम, ਜਿਹਨੂੰ ITTCM ਕਹਿੰਦੇ ਨੇ, ਉਹ ਵੀ 2 ਸਾਲ ਦਾ ਕੋਰਸਿਸ ਹੈ। ਇਲੈਕਟ੍ਰੋਨਿਕ ਮਕੈਨਿਕ ਹੈ, ਉਹ ਵੀ 2 ਸਾਲ ਦਾ ਕੋਰਸਿਸ ਹੈਗੇ ਨੇ। ਤੇ ਦੂਸਰੇ ਸਾਡੇ ICTS ਨਾਲ ਸੰਬੰਧਿਤ 1 ईयर ਕੋਰਸਿਸ ਨੇ, ਜਿਵੇਂ ਸਿਵਿੰਗ ਟੈਕਨੋਲੋਜੀ, ਸਰਫੇਸ ऑर्नामेंटल का और वेलफेयर की 2 ट्रेड्स हैं, जिन्हें पंजाबी स्टैनो और ब्यूटी पार्लर की बेसिक कॉस्मेटोलॉजी प्लस ਸਾਡੇ ਉਰੇ ਸਾਡੇ ਇੱਥੇ ਹੋਰ ਵੀ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕ ਮੇਨਟੇਨੈਂਸ ਦੀ ਕਲਾਸਿਸ ਚੱਲਦੀਆਂ ਨੇ। ਅਤੇ ਉਸੇ ਤਰ੍ਹਾਂ ਹੀ ਸਾਡੇ ਕਈ ਤਰ੍ਹਾਂ ਦੇ ਛੋਟੇ ਕੋਰਸਿਸ ਵੀ, ਸ਼ਾਰਟ ਟਰਮ ਕੋਰਸਿਸ ਵੀ ਰਨ ਕੀਤੇ ਜਾਂਦੇ ਨੇ। ਅਤੇ ਸਾਡੀ ITI ਦਾ ਮੁੱਖ ਮੋਟਿਵ ਹੈ ਬੱਚਿਆਂ ਨੂੰ ਅੱਛੀ ਤੋਂ ਅੱਛੀ ਟ੍ਰੇਨਿੰਗ ਦੇਣਾ ਔਰ ਪਲੱਸ ਉਹਨਾਂ ਨੂੰ ਪਲੇਸ ਕਰਨਾ। ਪਲੇਸਮੈਂਟ ਸਾਡਾ ਸਭ ਤੋਂ ਮੇਨ ਮੁੱਦਾ ਹੈ ਕਿ ਅਸੀਂ ਉਸਨੂੰ ਪਲੇਸ ਕਰਵਾਈਏ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਮੈਂ ਪਹਿਲਾਂ ਵੀ ਆਪਣੇ ਲੈਕਚਰ 'ਚ ਕਹਿੰਦੀ ਵਰਚੁਅਲ ਪਲੇਸਮੈਂਟ ਡਰਾਈਵ ਬਾਰੇ। ਵਰਚੁਅਲ ਪਲੇਸਮੈਂਟ ਡਰਾਈਵ ITI ਲੁਧਿਆਣਾ ਤੋਂ ਸ਼ੁਰੂ ਕੀਤੀ ਗਈ ਇੱਕ ਸਕੀਮ ਹੈ, ਜਿਹਦੇ ਵਿੱਚ ਬੱਚਿਆਂ ਨੂੰ ਪਲੇਸਮੈਂਟ ਦੇ ਤੌਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀ ਨੌਕਰੀਆਂ ਵਗੈਰਾ 'ਤੇ ਲਗਾਇਆ ਜਾਂਦਾ ਹੈ, ਉਹਨਾਂ ਨਾਲ ਟ੍ਰੇਡ ਨਾਲ ਰਿਲੇਟਡ। ਇੱਥੇ ਤੁਹਾਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਤੁਸੀਂ ਲੁਧਿਆਣਾ ਆ ਕੇ ਆਪਣੀ ਇੰਟਰਵਿਊ ਦਿਓਗੇ ਤਾਂ ਤੁਹਾਨੂੰ ਲੁਧਿਆਣਾ ਨਹੀਂ ਆਉਣਾ ਪਏਗਾ। ਤੁਹਾਨੂੰ ਜੋ ਵੈਬਸਾਈਟ ਦਿਖਾਈ ਦੇ ਰਹੀ ਹੈ ਤੁਸੀਂ ਉਸਨੂੰ ਨੋਟ ਡਾਊਨ ਕਰ ਸਕਦੇ ਹੋ। ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣਾ ਰਿਜ਼ਿਊਮ, ਜੋ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ, ਜਿਸ ਟ੍ਰੇਡ ਨਾਲ ਤੁਸੀਂ ਰਿਲੇਟਡ ਹੋ, ਉੱਥੇ ਜਾ ਕੇ ਤੁਹਾਨੂੰ ਉੱਥੇ ਫਿਲ ਕਰਨਾ ਪਏਗਾ ਫਾਰਮ। ਅਤੇ ਤੁਹਾਨੂੰ ਘਰ ਬੈਠੇ ਹੀ WhatsApp ਦੇ ਉੱਪਰ ਜਾਂ Zoom ਦੇ ਉੱਪਰ ਆ ਕੇ ਤੁਹਾਨੂੰ ਤੁਹਾਡੀ ਇੰਟਰਵਿਊ ਲਈ ਜਾਏਗੀ। ਤਾਂ ਜਿਸ ਤਰ੍ਹਾਂ ਤੁਸੀਂ ਕੁਆਲੀਫਾਈਡ ਹੁੰਦੇ ਹੋ ਤਾਂ ਤੁਹਾਨੂੰ ਅਪਾਇੰਟਮੈਂਟ ਲੈਟਰ ਪ੍ਰੋਵਾਈਡ ਕਰਵਾਈ ਜਾਏਗੀ। ਸਾਡੇ ਡਿਪਾਰਟਮੈਂਟ ਦਾ ਇਹ ਇੱਕ ਮਿਸ਼ਨ ਲੈ ਕੇ ਚੱਲੇ ਹਨ ਪਲੇਸਮੈਂਟ ਬਾਰੇ, ਕਿਉਂਕਿ ਪਲੇਸਮੈਂਟ ਅਸੀਂ 100% ਕਰਵਾਉਂਦੇ ਹਾਂ ਬੱਚਿਆਂ ਦੀ। ਅਤੇ ਸਾਡੇ ਸਾਰੇ ਹੀ ਡਿਪਾਰਟਮੈਂਟ ਦੇ ਆਫਿਸਰ ਸਾਹਿਬਾਨ ਵਗੈਰਾ ਸਾਰੇ ਇਸ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ। ਸਾਡੀ ਪਹਿਲ ਕਦਮੀ ਹੈ ਕਿ ਸਾਡਾ ਇੱਕ ਮਿਸ਼ਨ ਲੈ ਕੇ ਚੱਲੇ ਹਾਂ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਮਾਸ ਪ੍ਰੋਡਕਸ਼ਨ ਨੂੰ, ਇਸ ਬਾਰੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਆਉਂਦਾ ਹੈ। ਮਾਸ ਪ੍ਰੋਡਕਸ਼ਨ ਦੇ ਵਿੱਚ ਸਾਡੀਆਂ ਬੇਟੀਆਂ ਨੇ ਬਹੁਤ ਯੋਗਦਾਨ ਪਾਇਆ ਹੈ। ਮਾਸਕ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਬਣਾ ਕੇ ਉਹਨਾਂ ਦੇ ਹੱਥ ਵਿੱਚ ਹੁਨਰ ਹੈ, ਜਿਸ ਨੂੰ ਲੈ ਕੇ ਉਹ ਵੱਧ ਤੋਂ ਵੱਧ ਆਪਣੇ ਕੰਮ ਦੇ ਵਿੱਚ ਸਹਿਯੋਗ ਕਰ ਸਕਦੇ ਹਨ ਅਤੇ ਆਪਣੀ ਲਾਈਫ ਨੂੰ ਸੁਚਾਰੂ ਢੰਗ ਨਾਲ ਬਣਾ ਸਕਦੇ ਹਨ। ਸਾਡੀ ਪੰਜਾਬ ਗੌਰਮੈਂਟ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਹੈ, ਮਿਸ਼ਨ ਫਤਿਹ। ਇਹ ਮਿਸ਼ਨ ਅਸੀਂ ਲੈ ਕੇ ਚੱਲੇ ਹਾਂ, ਮਿਸ਼ਨ ਫਤਿਹ। ਜਿੱਥੇ ਕਿ ਅਸੀਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਰੋਨਾ ਦੀ ਮਹਾਂਮਾਰੀ ਫੈਲ ਰਹੀ ਹੈ ਅਤੇ ਉਸ ਨਾਲ ਰਿਲੇਟਡ ਹੀ ਅਸੀਂ ਮਿਸ਼ਨ ਫਤਿਹ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਮਿਸ਼ਨ ਫਤਿਹ ਦੇ ਵਿੱਚ ਸਟੇ ਹੋਮ, ਸਟੇ ਲਾਈਫ ਲੈ ਕੇ ਅਸੀਂ ਚੱਲ ਰਹੇ ਹਾਂ। ਮਿਸ਼ਨ ਫਤਿਹ ਦੇ ਵਿੱਚ ITI ਮੋਹਾਲੀ ਨੇ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਤੁਸੀਂ ਕਦੇ ਵੀ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ITI ਮੋਹਾਲੀ ਨੇ ਮਿਸ਼ਨ ਫਤਿਹ ਕਰੋਨਾ ਦੇ ਉੱਤੇ ਫਤਿਹ ਪਾ ਲਈ ਹੈ। ਚਾਹੇ ਉਹ ਮਾਸ ਪ੍ਰੋਡਕਸ਼ਨ ਹੋਵੇ, ਚਾਹੇ ਸੈਨਾਟਾਈਜ਼ ਹੋਵੇ, ਚਾਹੇ ਬਿਲਡਿੰਗ ਸੈਨਾਟਾਈਜ਼ ਕਰਨੀ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦੀ ਕਰੋਨਾ ਨੂੰ ਲੈ ਕੇ ਜੰਗ ਹੋਇਆ, ਉਸ ਦੇ ਉੱਤੇ ਵਿਜੇ ਪਾ ਲਈ ਹੈ। ਸਾਡੇ ਪ੍ਰਿੰਸੀਪਲ ਸਾਹਿਬ ਮਿਸਟਰ ਸ਼ਬਸ਼ੇਰ ਸਿੰਘ ਕਰਖਾਲਵੀ ਜੀ ਇਸ ਉੱਤੇ ਵੱਧ ਚੜ੍ਹ ਕੇ ਇਸ ਦੇ ਯੋਗਦਾਨ ਪਾਉਂਦੇ ਨੇ। ਅਤੇ ਸਾਡਾ ਸਾਰਾ ਹੀ ਸਟਾਫ, ਜਿਹੜੇ ਸਾਡੇ GI ਸਾਹਿਬਾਨ, ਸਾਡੇ ਸਟਾਫ ਦੇ ਸੀਨੀਅਰ ਮਿਸਟਰ ਵਰਿੰਦਰ ਸਿੰਘ, ਸਰਿਤਾ ਮੈਡਮ, ਦਰਸ਼ਨਾ, ਜੋ ਵੀ ਹੈ ਸਾਡੇ ਸਟਾਫ ਦੇ ਮੈਂਬਰਸ, ਸਮੂਹ ਸਟਾਫ ਇਸ 'ਤੇ ਵੱਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਹੁਣ ਅਸੀਂ ਆਪਾਂ ਗੱਲ ਕਰਾਂਗੇ ਆਪਣੇ ਅੱਜ ਦੇ ਟੌਪਿਕ ਸਨਸੂਟ ਬਾਰੇ। ਸਨਸੂਟ ਛੋਟਾ ਬੱਚੇ ਦਾ ਸੂਟ ਹੈ। ਇਹ ਨਿੱਕਰ ਦੇ ਨਾਲ ਪਾਇਆ ਜਾਣ ਵਾਲਾ ਵਸਤਰ ਹੈ। ਇਸਨੂੰ ਬਿੱਬ ਲਗਾ, ਇਸ ਦੇ ਅੱਗੇ ਬਿੱਬ ਲੱਗਿਆ ਹੁੰਦਾ। ਤੁਸੀਂ ਇੱਥੇ ਅਲੱਗ-ਅਲੱਗ ਪਿਕਚਰਸ ਦੇਖ ਰਹੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੇ ਬਿੱਬ ਸਟਾਈਲ ਨੇ। ਅਤੇ ਜਿਸ ਤਰ੍ਹਾਂ ਮੈਂ ਇੱਥੇ ਪਿਕਚਰ 'ਤੇ ਸ਼ੋ ਕੀਤਾ ਹੈ, ਛੋਟਾ ਜਿਹਾ ਬਿੱਬ ਉਸਨੂੰ ਟੋ ਕੀਤਾ ਹੋਇਆ ਹੈ, ਕਿਉਂਕਿ ਜੋ ਗੈਲਸੀਜ਼ ਹੈ, ਬੈਲਟ ਜਿਹਨੂੰ ਕਹਿੰਦੇ ਨੇ, ਜਿੱਥੇ ਮੇਰਾ ਕਰਸਰ ਜਾ ਰਿਹਾ ਹੈ, ਗੈਲਸੀਜ਼ ਹੈ। ਇਸਨੂੰ ਅੱਛੀ ਜੀ ਛੋਟੀ ਜਿਹੀ ਬਿੱਬ ਦੇ ਉੱਪਰ ਅਸੀਂ ਸ਼ੋ ਕੀਤਾ ਹੈ, ਫਰੰਟ ਕਾਪੀ ਸ਼ੋ ਕੀਤੀ ਹੋਈ ਹੈ। ਅਗਲੀ ਪਿਕਚਰ ਦੇ ਵਿੱਚ ਬਿੱਬ ਹੈ, ਉਸਨੂੰ ਨੀਚੇ ਪੈਨਲ ਤੋਂ ਪਾਇਆ ਗਿਆ ਹੈ, ਡਿਜ਼ਾਈਨ ਕੀਤਾ ਗਿਆ, ਉਸ 'ਤੇ ਇੱਕ ਮੋਟਿਵ ਜਾਂ ਕਲਰਫੁਲ ਲਗਾਇਆ ਗਿਆ ਹੈ, ਜੋ ਕਿ ਬੱਚਿਆਂ ਨੂੰ ਸਾਨੂੰ ਪਤਾ ਹੈ ਕਿ ਕਲਰਫੁਲ ਬਹੁਤ ਹੀ ਪਸੰਦ ਨੇ। ਫਿਰ
ਅਗਲੇ ਦੇ ਵਿੱਚ ਤੁਸੀਂ ਪ੍ਰਿੰਟਡ ਦੇਖ ਰਹੇ ਹੋ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸਨੂੰ ਪਲੇਨ ਵਗੈਰਾ ਕੱਪੜੇ 'ਚ ਬਣਾਓ, ਇਸਨੂੰ ਪ੍ਰਿੰਟਡ ਵੀ ਬਣਾਓ। ਪ੍ਰਿੰਟਡ ਵੀ ਪਾਇਆ ਬਹੁਤ ਸੋਹਣਾ ਲੱਗਦਾ ਹੈ। ਇਹਦੇ ਵਿੱਚ ਇੱਕ ਪਿੱਛੇ ਟੀ-ਸ਼ਰਟ ਲੱਗੀ ਹੈ, ਇਸਨੂੰ ਕਿਸੇ ਵੀ ਤਰ੍ਹਾਂ ਦੀ ਟੀ-ਸ਼ਰਟ ਤੁਸੀਂ ਲਗਾ ਸਕਦੇ ਹੋ, ਸ਼ਰਟ ਲਗਾ ਸਕਦੇ ਹੋ, ਕਾਲਰ ਵਾਲੀ ਸ਼ਰਟ ਵੀ ਲਗਾ ਸਕਦੇ ਹੋ। ਤੇ ਜ਼ਿਆਦਾਤਰ ਗਰਮੀਆਂ 'ਚ ਪਾਇਆ ਜਾਣਾ ਵਸਤਾ ਹੈ, ਇਸ ਲਈ ਟੀ-ਸ਼ਰਟ ਲਗਾਉਂਦੇ ਨੇ। ਇੱਥੇ ਤੁਸੀਂ ਦੇਖੋ ਬਿਬ ਵਾਲੀ ਪੈਂਟ ਹੈ, ਇਸਦੇ ਵਿੱਚ ਹੀ ਬਿਬ ਦੀ ਕਟਿੰਗ ਦਿੱਤੀ ਹੋਈ ਹੈ ਤੇ ਇੱਕ ਕਾਰਟੂਨ ਜਿਹਾ ਡਰਾ ਕੀਤਾ ਗਿਆ ਹੈ। ਸਮ ਸੂਟ ਦੀ ਡਰਾਫਟਿੰਗ ਪੂਰੀ ਇਨ ਹਿੰਦੀ ਹੈ, ਤੇ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਆਪਣੇ ਲੈਕਚਰ ਦੇ ਵਿੱਚ ਹਿੰਦੀ ਨੂੰ ਹੀ ਪ੍ਰਸਤੁਤ ਕਰਦੀ ਹਾਂ ਤੇ ਕਿਉਂਕਿ ਸਾਡੇ ਕਈ ਦਰਸ਼ਕ ਹੈ, ਸਟੂਡੈਂਟਸ ਹੈ ਅਦਰ ਸਟੇਟ ਤੋਂ ਵੀ ਬਿਲੋਂਗ ਕਰਦੇ ਨੇ, ਉਹਨਾਂ ਦੇ ਲਈ ਮੈਂ ਹਿੰਦੀ ਦੇ ਵਿੱਚ ਸਪੈਸ਼ਲ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮੈਨੂੰ ਹਿੰਦੀ ਦੀ ਟਾਈਪਿੰਗ ਮੇਰੀ ਲੂਜ਼ ਹੈ, ਸੋ ਦੈਟ ਮੈਂ ਹਿੰਦੀ ਦੀ ਖੁਦ ਵੀ ਲਿਖ ਕੇ ਕਰਦੀ ਹਾਂ ਤਾਂ ਕਿ ਤੁਸੀਂ ਦਾ ਸਕਰੀਨਸ਼ਾਟ ਲੈ ਪਾਓ। ਠੀਕ ਹੈ, ਸਟ੍ਰੈਪ ਵੀ ਹੈ। ਅੱਜ ਅਸੀਂ ਕਰਾਂਗੇ ਸਮ ਸੂਟ ਦੇ ਡਰਾਫਟਿੰਗ ਦੀ ਥਿਊਰੀ। ਸਮ ਸੂਟ ਦੇ ਡਰਾਫਟਿੰਗ ਥਿਊਰੀ ਜ਼ਰੂਰੀ ਨਾ, ਤੁਹਾਨੂੰ ਪਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਰਾਫਟ ਅਗਰ ਲੈਣਾ ਹੋਵੇ, ਬਣਾਉਣਾ ਹੋਵੇ ਤਾਂ ਉਸ ਦੇ ਲਈ ਮੇਜਰਮੈਂਟ ਬਹੁਤ ਜ਼ਰੂਰੀ ਹੈ। ਮੇਰੀ ਛਾਤੀ 18 ਇੰਚ, ਫੁੱਲ ਲੈਂਥ 15 ਇੰਚ, ਉਹਨੇ 38 ਸੈਂਟੀਮੀਟਰ ਮੈਂ ਸੈਂਟੀਮੀਟਰ 'ਚ ਵੀ ਦਿੱਤਾ ਹੋਇਆ ਹੈ ਔਰ ਇੰਚ ਦੇ ਵਿੱਚ ਵੀ ਦਿੱਤਾ ਹੋਇਆ ਹੈ। ਆਪਾਂ ਹੁਣ ਇਹਦੀ ਡਰਾਫਟਿੰਗ ਕਰਾਂਗੇ। 0 ਤੋਂ 1 ਕੁੱਲ ਲੰਬਾਈ 0 ਆਵਾਜ਼ ਪੁਆਇੰਟ ਤੋਂ ਲੈ ਕੇ 1 ਪੁਆਇੰਟ ਦੇ ਉੱਤੇ ਕੁੱਲ ਲੰਬਾਈ 38 ਸੈਂਟੀਮੀਟਰ। ਠੀਕ, 0 ਤੋਂ 2 ਬਿੰਦੂ ਤੱਕ ਲੰਬਾਈ, ਬਿੰਦੂ ਦੀ ਲੈਂਥ ਛਾਤੀ ਦੇ 1/2। ਦੇਖੋ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹਾਂ ਕਿ ਆਪਾਂ ਥੰਬ ਰੂਲਸ ਫੋਲੋ ਕਰਨੇ ਹੈ। ਤੁਸੀਂ ਕਿਸੇ ਵੀ ਨਾਪ ਦੀ ਬਿਬ ਵਾਲੀ ਨਿੱਕਰ ਬਣਾਓ ਤਾਂ ਤੁਸੀਂ ਜੋ ਛਾਤੀ ਦੇ 1/2 -1 ਇੰਚ ਹੈ ਇਸ ਦਾ ਹੀ ਰੱਖਣਾ ਹੈ। ठीक है, इसे 0 तो 2 0 तो 2 लंबाई, जो लंबाई लेंथ बोलते हैं तो लंबाई रेखा लगानी, छाती का 1/2 -1 इंच बराबर 8 इंच। 0 तो 3 विथ की चढ़ाई, क्योंकि हम चढ़ाई आ गई ना, विथ आ गई 0 तो 3 विथ 4.5 इंच, छाती का 1/4। क्योंकि ਤੁਹਾਨੂੰ याद होएगा कि ਆਪਾਂ ਨੇ ਪਹਿਲਾਂ ਵੀ ਜਦੋਂ ਡਰਾਫਟ ਕੀਤੀ ਸੀ ਉਹਦੇ ਵਿੱਚ ਛਾਤੀ ਦੇ ਜਦੋਂ ਤੀਰਾ ਨਹੀਂ ਹੁੰਦਾ ਆਪਾਂ ਛਾਤੀ ਦੇ 1/4 रखते हैं। 0 तो 1 3 तो 4 मेके बॉक्स खाना तैयार किया। 0 तो 5 डाउन साइड, 0 तो 5 डाउन साइड यानी कि नीचे वाली तरफ, 3 तो 6 डाउन साइड अपर कितना लिया 2 इंच। ठीक है, 6 तो 7 और 3 तो 8 स्ट्रिप्स नहीं लिया 1.5 इंच। ठीक, 3 तो 9 वेव की शेप दी ਆਪਾਂ ਇੱਧਰ 4 ਤੋਂ 9 वेव की शेप ਅੱਧਾ ਇੰਚ ਲਈਏ, 3 ਤੋਂ 9 ਨੂੰ ਤਿਰਛਾ ਮਿਲਾਇਆ ਹੈ। ਠੀਕ ਹੈ, 2 ਤੋਂ 10 ਨਿੱਕਰ ਦੀ ਚੌੜਾਈ ਛਾਤੀ ਦੇ 1/2 ਜਮਾ 1 ਇੰਚ बराबर 9 इंच। छाती का 1/2 कितना, छाती के लिए 18 और 1/2 है 9 इंच। ठीक है, प्लस 1 इंच, देखो 1 इंच लूज पाया है ना, क्योंकि नहीं तो आप छाती 1/4 लेनी है, इतने आप छाती 1/2 लीए क्योंकि सानू इतने इलास्टिक डालना है और प्लेट करनी। कई बार असं इलास्टिक नहीं डालते, असं इतने डॉट भी पा सकते हैं, प्लेट्स भी पा लेंगे हैं फ्रंट साइड के उत्ते, तो असं बैक साइड के उत्ते इलास्टिक पा के गैदर्स पा के इसमें सीधा रख दिया। 1 तो 11 भी उन्ना लिया जिन्ना 2 तो 10 लिया, यानी कि 2 तो 10 असीं कितना लिया सी छाती का 1/2 जमा 1 इंच लूज बराबर 10 इंच। 1 तो 11 बॉटम साइड निक्कर की चढ़ाई ली सी, बॉटम यानी कि मोरी वाली पासे 10 इंच। ठीक है, 2 तो 10 और 11 तो 12 देखो 2 तो 10 और 1 तो 11 आप खाना तैयार किया। ठीक, फिर 11 तो 12 और 11 तो 13 ਆਪਾਂ ਪੌਕ ਸੈਟਿੰਗ यानी कि आसन ਦੀ ਇਹ ਆਸਨ ਹੈ ਸਾਡਾ, ਆਸਨ ਦੀ ਸੈਟਿੰਗ ਦੇ ਲਈ ਲੈਣਾ ਹੈ 2 ਇੰਚ। ਅਸੀਂ 11 ਤੋਂ 12 ਵੀ 2 ਇੰਚ ਲਿਆ ਔਰ 11 ਤੋਂ 13 ਵੀ ਅਸੀਂ 2 ਇੰਚ ਲਿਆ। 1 ਤੋਂ 14 ਸ਼ੇਪ ਦੇ ਲਈ ਲਿਆ 2 ਇੰਚ ਤੇ 13 ਤੋਂ 14 ਨੂੰ ਅਸੀਂ
तिरछा नहीं आता। 0 तो 15 बिप दी 0 ਤੋਂ 15 ਬਿਬ ਦੀ ਨੈਕ ਲੈਂਥ ਦੇ ਲਈ ਹੈ। ਛਾਤੀ ਦੇ 1/6 ਤੁਸੀਂ ਦੇਖਿਆ ਨਾ, ਅੱਗੇ ਆਪਾਂ ਛਾਤੀ ਦੇ 1/12 ਲੈਂਦੇ ਹਾਂ ਤੇ ਇੱਥੇ ਅਸੀਂ 1/6 ਲਿਆ ਹੈ 3 ਇੰਚ। ਠੀਕ, 15 ਤੋਂ 7 7 ਤੋਂ 6 ਅਸੀਂ ਉੱਪਰ ਦੇ ਸਾਈਡ ਗੁਲਾਈ ਕਰ ਜਾता है। इस तरह साडा ये सनसूट का बिब तैयार हो जाता है। बहुत सिंपल है और ये पाया हुआ वस्त्र बहुत ही प्यारा लगता है। बेल्ट, क्योंकि ਆਪਾਂ ਨੇ बेल्ट भी लगानी है ਇਹਦੇ ਰਾउंड ਤੇ ਇੱਥੇ ਅਸੀਂ बेल्ट लगाते हैं ਸਾਈਡ ਦੇ ਉੱਤੇ। बेल्ट ਜਦੋਂ ਲਗਾਉਂਦੇ ਆ ਅੱਗੇ ਅਸੀਂ ਇਲਾਸਟਿਕ ਪਾ ਲੈਂਦੇ ਹਾਂ, ਜਿੱਥੇ ਮੇਰਾ ਕਰਸਿਵ ਚੱਲਦੇ ਆ ਇਹ, ਤੇ बेल्ट ਅਸੀਂ ਤੇ बेल्ट ਦੇ ਪਿੱਛੇ ਇਸ ਨੂੰ ਹੋਲਡ ਕਰਨ ਵਾਸਤੇ ਆ ਬੈਕ ਸਾਈਡ ਨੂੰ ਹੋਲਡ ਕਰਨ ਵਾਸਤੇ ਅਸੀਂ ਇਹਦੀ बेल्ट ਲਗਾ ਲੈਂਦੇ ਹਾਂ। ਜ਼ੀਰੋ ਤੇ ਇੱਕ बेल्ट ਦੀ ਲੰਬਾਈ 4 ਸੈਂਟੀਮੀਟਰ। ਇਹ ਤੁਸੀਂ ਵਧਾ ਜਾਂ ਘਟਾ ਵੀ ਸਕਦੇ ਹੋ, ਕੱਪੜੇ ਦੇ ਹਿਸਾਬ ਨਾਲ ਵੀ ਦੇ ਸਕਦੇ ਹੋ, ਕਿਉਂਕਿ बेल्ट ਤੁਹਾਨੂੰ ਜਿੰਨੀ ਚੌੜੀ ਚਾਹੀਦੀ ਹੈ ਓਨੀ ਹੀ ਤੁਸੀਂ बेल्ट लेनी है। 0 ਤੋਂ 2 बेल्ट की चौड़ाई 8 इंच। 0 ਤੋਂ 1 2 ਤੋਂ 3 ਅਸੀਂ ਖਾਨਾ ਤਿਆਰ ਕੀਤਾ। ਇਸ ਤਰ੍ਹਾਂ ਸਾਡੇ ਕੋਲ ਬੇਬੀ ਸਨਸੂਟ ਤੇ ਡਰਾਫਟਿੰਗ ਤਿਆਰ ਹੋ ਜਾਂਦੀ ਹੈ। ਜਦੋਂ ਸਾਡੇ ਕੋਲ ਬੇਬੀ ਸਨਸੂਟ ਦੀ ਡਰਾਫਟਿੰਗ ਤਿਆਰ ਹੋ ਗਈ ਤਾਂ ਅਸੀਂ ਲੇਆਊਟ ਤੇ ਦੇ ਲਈ ਪੈਟਰਨ ਕਟਿੰਗ ਕੀਤੀ। ਪੈਟਰਨ ਜਦੋਂ ਕਟਿੰਗ ਕੀਤੀ ਤਾਂ ਅਸੀਂ ਉਸਨੂੰ ਕੀ ਕਰਿਆ, ਅਪਲਾਈ ਕਰਿਆ ਕੱਪੜੇ ਦੇ ਉੱਤੇ। ठीक है, देखो पैटर्न जो ड्राफ्टिंग की, जो आप इतने ड्राफ्टिंग की है सेम ओदा पैटर्न की कटिंग है। ठीक है, सेम पैटर्न की कटिंग है। इतने मैं गुलाई दी नहीं पाई, मैनू पसंद नहीं सी इसलिए नहीं पाई। ये नहीं है कि थानू तुसी नहीं पानी हैगी। इतने बिब रखा। ठीक है, इतने पॉकेट्स दियां कड्डियां मैं, इतने मैं बेल्ट्स कड्डियां। ठीक है, इस तरह मैं सनसूट का लेआउट तैयार कर लिया। सनसूट का जो तुसी लेआउट बनाना है तो ਉਹਦਾ ਕੀ ਫਾਇਦਾ ਹੈ, ਸੀਮ ਅਲਾਉਂਸਿਸ ਰੱਖਣੇ ਨੇ, ਯਾਨੀ ਸਿਲਾਈ ਹੱਥ ਰੱਖਣਾ ਹੈ। ਜਦੋਂ ਅਸੀਂ ਡਰਾਫਟ ਬਣਾਉਂਦੇ ਹਾਂ ਤਾਂ ਪੂਰੇ ਨਾਪ ਦਾ ਡਰਾਫਟ ਹੁੰਦਾ ਹੈ, ਲੇਕਿਨ ਜਦੋਂ ਅਸੀਂ ਲੇਆਊਟ ਕਰਦੇ ਹਾਂ ਉਹਦਾ ਮਤਲਬ ਇਹ ਸੀਮ ਅਲਾਉਂਸਿਸ ਕਿਉਂ ਰੱਖਣੇ ਆ, ਇਹਦਾ ਕੀ ਮਕਸਦ ਹੈ ਕਿ ਇੱਕ ਤਾਂ ਕੱਪੜੇ ਦੇ ਪੂਰੇ ਪੀਸ ਨਿਕਲੇ ਹਨ, ਸਾਨੂੰ ਇਸ ਬਾਰੇ ਪਤਾ ਲੱਗ ਜਾਂਦਾ ਲੇਆਊਟ ਕਰਨ ਦੇ ਨਾਲ। ਦੂਸਰਾ, ਸੀਮ ਅਲਾਉਂਸਿਸ ਅਸੀਂ ਕਿੱਥੇ ਰੱਖਣਾ ਹੈ। अगर तुसी इस लेआउट में ध्यान नाल देखो तो ये नीचे जी बॉटम साइड है इतने मैं ज़्यादा सीम अलाउंसिस रखी। जिथे मैं घट सिलाई हक देना है, जिथे मैंने लोड़ नहीं आसन दे वाली साइड, इस वाली साइड जिथे मैं इलास्टिक पाना है, दिस साइड एंड बेल्ट भी दिस साइड है ना। मैंने अद्धा इंच के सीम अलाउंसिस चाहिए। देखो तुम मैं इतने अद्धा इंच के इक्वल जे रखे ने। ठीक है, बिब ਦੇ ਵਿੱਚ ਵੀ ਮੈਨੂੰ ਅੱਧਾ ਇੰਚ ਦੇ ਚਾਹੀਦੇ ਨੇ, ਕਿਉਂਕਿ ਗੁਲਾਈ ਹੈ, ਮੈਨੂੰ ਇਸ ਨੂੰ ਬਾਅਦ ਚ ਟੱਕ ਦੇ ਕੇ ਇਸ ਨੂੰ ਫੋਲਡ ਕਰਨਾ ਹੈ, ਤਾਂ ਮੈਨੂੰ ਇੱਥੇ ਅੱਧਾ ਇੰਚ ਦੇ ਹੀ ਸਿਲਾਈ ਹਿੱਕ ਚਾਹੀਦੇ ਨੇ। ਲੇਕਿਨ ਮੈਨੂੰ ਜਿੱਥੇ ਫੋਲਡਿੰਗ ਚਾਹੀਦੀ ਹੈ ਉੱਥੇ ਮੈਨੂੰ ਜ਼ਿਆਦਾ ਸਿਲਾਈ ਹਿੱਕ ਚਾਹੀਦੇ ਨੇ, ਉੱਥੇ ਮੈਂ ਜ਼ਿਆਦਾ ਸੀਮ ਅਲਾਉਂਸਿਸ ਦਿੱਤੇ ਹੋਏ ਨੇ। ਸੀਮ ਅਲਾਉਂਸਿਸ ਤੇ ਹੀ ਅਸੀਂ ਸਿਲਾਈ ਕਰਦੇ ਹਾਂ, ਕਿਉਂਕਿ ਕੱਪੜਾ ਦਾ ਜੋ ਫਿਟਿੰਗ ਦਾ ਸਾਨੂੰ ਚਾਹੀਦਾ ਹੁੰਦਾ ਪੂਰਾ ਨਾਪ ਹੁੰਦਾ ਹੈ, ਜਿਹਦੇ ਆਧਾਰ ਤੇ ਤੁਸੀਂ ਡਰਾਫਟ ਬਣਾਉਂਦੇ ਹਾਂ ਉਹ ਸਾਨੂੰ ਉਸ ਆਧਾਰ ਦੇ ਉੱਤੇ ਹੀ ਉਹ ਸਾਨੂੰ उसकी लोड़ पैंती है। सीम अलाउंसिस का साडे लेआउट दे विच बहुत महत्व है, क्योंकि सीम अलाउंसिस अगर नहीं असी रखांगे तो साडे कपड़े की प्रॉपर फिटिंग नहीं आएगी। लेआउट का ये भी फायदा होता है कि असीं सारे पार्ट्स इस चों निकाल सकते हैं। देखो तुसीं इत्थे सेविंग भी दसी हुई है कि साडा कपड़ा बच गया। जे साडा कपड़ा बच जाता है असीं एक बच्चे का बिब तैयार कर लैंदे हां, या बच्चे के लिए कुछ भी असीं ओहदा बॉटल कवर वगैरह तक बना लैंदे हां, क्योंकि थानू पता है जो सन सूट है असीं थिक कपड़े का बनाते हैं ज़्यादातर, क्योंकि जिस तरह गर्मियाँ बहुत ज़्यादा आ जाती तो असीं पतले कपड़े का भी बना लैंदे हैं कि बच्चे नू जो वेयर करना वो बच्चे लिए सॉफ्ट होवे, अच्छा होवे, मटीरियल कलर ना होता उतरदा होया अट्रैक्टिव जे कलर होण, असीं बच्चों को इस तरह के कपड़े बनाते हैं। तो जो वो कपड़ा साडे कोल बच जाता है तो असीं उसनू अच्छा शो करते हैं कि बच्चे लिए कंफर्ट होवे, बच्चे लिए असीं, क्योंकि अगर तुसीं बाहरों कपड़ा लेंदे हो थानू कदे कोई टेलर या कोई कपड़ा वापस नहीं करता। देखो इतने पॉकेट्स है, पॉकेट्स में सिंपल पैच पॉकेट है, ये पैच पॉकेट। ठीक है बेटा, तो पैच पॉकेट लगा सकते हो तुसीं, अलग अलग तरह दी इसनू पॉकेट लगा सकते हो।
साडे आ गए बेबी विप पैंट, ठीक है, जिन्हों असी स्लैक्स भी कहते हैं। स्लैक्स भी कहते हैं। स्लैक्स का की मतलब है कि ये पैंट के नुमा एक पैंट है तो ये उपर बिब लगे होंगे, पिछे गैलस लगे होंगे जिन्होंने बेल्ट कहते हैं, ठीक है। तो सनसूट का ही दूसरा रूप है। सनसूट के निक्कर होंगी है, इस पैंट होंगी है पूरी। मैं इतने अलग अलग तरह दी पिक्चर्स बना दिखाई ने, थोड़ा शो की ने कि बच्चे ने अलग अलग तरह के डिजाइन दी नसने। यही नहीं है कि बेबी स्लैक्स सिर्फ लड़कियों का पहरावा है, यह लड़कियों का भी पहरावा है। ਤੁਸੀਂ ਇੱਥੇ ਦੇਖੋ ਕਿ ਲੜਕੀਆਂ ਦੇ ਲਈ ਇੱਥੇ ਪਾਕਟ ਦੇ ਵਿੱਚ ਫ੍ਰਿਲਸ ਲਗਾਈਆਂ ਨੇ। ਮੈਂ ਟੌਪ ਦੇ ਉੱਤੇ ਫ੍ਰਿਲ ਲੱਗੀ ਹੋਈ ਹੈਗੀ ਹੈ, ਠੀਕ ਹੈ। ਜੋ ਬਿਬ ਬਣਾਇਆ ਹੈਗਾ ਦਾ ਸਲੈਕਸ ਦਾ, ਉਹਦਾ ਵੀ ਫ੍ਰਿਲ ਲੱਗੀ ਹੋਈ ਹੈ। ਤੇ ਇੱਥੇ ਵੀ ਬੋਜ਼ ਵਗੈਰਾ ਨਾਲ ਸਜਾਈ ਹੋਈ, ਕਾਰਟੂਨਸ ਵਗੈਰਾ ਨਾਲ ਸਜਾਈ ਹੋਈ ਹੈ। ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਪਾਕਟਸ ਦੇ ਨਾਲ ਵੀ ਸਹੀ। ਬੱਚਿਆਂ ਨੂੰ ਅਟਰੈਕਟ ਕਰਨ ਦੇ ਲਈ, ਕੱਪੜਿਆਂ ਨੂੰ ਜ਼ਿਆਦਾ ਵਧੀਆ ਬਣਾਉਣ ਦੇ ਲਈ ਅਸੀਂ ਕਾਰਟੂਨਸ ਦਾ ਇਸਤੇਮਾਲ ਕਰਦੇ ਹਾਂ, ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਈਨ ਇਸਤੇਮਾਲ ਕਰਦੇ ਹਾਂ। ਉਸੇ ਤਰ੍ਹਾਂ ਹੀ गर्ल्स लुक देने वास्ते असी फ्रिल्स वगैरह का हार्ट शेप का, इत्थे भी हार्ट शेप के रिब्स वगैरह तुसीं देखो ध्यान नाल कि वो दिते हुए ने। हुण बेबी पैंट की ड्राफ्टिंग थ्योरी इन हिंदी, आपां बेबी पैंट बनाते हैं, उसी तरह ही इसलिए नाप लिया जाता है, ठीक है। फिर बिब दी है इसकी, हुण इसकी आ गई ड्राफ्टिंग। ड्राफ्टिंग बेबी स्लैक्स बिब या बेबी बिब पैंट की ड्राफ्टिंग थ्योरी। मेजरमेंट छाती 18 सेंटीमीटर, बिब की लेंथ 8 इंच, हिप 22 इंच, कमर 20 इंच, कुल लंबाई 20 इंच, पहुंचा 12 इंच। पहुंचा यानी बॉटम, जो पैंट का बॉटम होगा, ठीक है। 0 तो एक कुल लंबाई, 0 तो एक कुल लंबाई इत्थे लिखिया हैगा, ठीक है। कुल लंबाई माइनस बेल्ट, देखो तुसीं थ्योरी दे विच भी देखो बेबी स्लैक्स की फुल लेंथ माइनस बेल्ट बराबर 20 इंच। अगर इसकी कुल लंबाई है माइनस 1.5 इंच बेल्ट दे करे है, बराबर 18.5 इंच है, ठीक। 0 तो 2 बेबी स्लैक्स की फोक लेंथ यानी आसन की लंबाई ली है, तो 0 तो 2, ठीक है। हिप का 1/3 माइनस बेल्ट, ठीक है, बराबर 5.5 इंच। 0 तो 3 कमर की चौड़ाई, कमर का 1/4 जमा 1.5 इंच प्लीट। तुसी प्लीट्स पाने ने, उस तो बाद तुसी की करना है, उसनों अगे भी रखना है, ठीक है। 0 तो 1 लंबाई होगी, 0 तो 2 फोक की लंबाई होगी, ठीक। 0 तो 3 कमर की चौड़ाई, जो चौड़ाई की गल करते हैं तो वह इस तरह विर्थ वाली साइड के उत्ते चौड़ाई की लाइन लगानी है, ठीक है बेटा। 0 तो 3 कमर की चौड़ाई, कमर का 1/4 जमा 1.5 इंच प्लीट बराबर 6.5 इंच। 0 तो 2 और 3 तो 4 खाना तैयार किया। 2 तो 5 सीट लाइन की चौड़ाई, हिप का 1/3 जमा 1.5 इंच बराबर 7.5 इंच। हिप का 1/3 जमा 1/2 इंच बराबर 7.5 इंच, ठीक। हुण की करना है, आपने इसकी क्रीज लाइन सेट करनी है। 2 ते 5 का अध करके निशान लगाता ए, इस पॉइंट पे आ गया ए, देखो ए लिखा हुआ है ना, देखो लिखा था। 2 to 5 make a half point, raise a point A। फिर A 1 to B equal to 2 to A, उन्ना लेना है जिन्ना असी 2 तो A लिया है, उन्ना ही असी 1 तो B लेना है, क्योंकि सानू आ वाली दूरी और नीचे वाली बॉटम की दूरी बराबर चाहिए है, क्योंकि असी इत्थे क्रीज लाइन सेट करनी है, ठीक है बच्चों। फिर असी बी तो बॉटम सेट करनी है, क्योंकि अगर बॉटम सेट करांगे तब ही सारी सारी सेटिंग आएगी। असी बॉटम के लिए इसी पहुंचा 12 इंच, 12 इंच के लिए असी राउंड के लिए, ठीक है। हुण हाफ कितना हो गया था दसो, 6 इंच, ठीक। हुण असी की कीता, बी तो 6 अते बी तो 7 बॉटम दे लिए लिया, बॉटम का 1/2 यानी 6 इंच।
यानी इत्थे देखो मैं इत्थे लिखा होया है लाइन लगा के कि 20 तो 6 ਅਤੇ 20 तो 7 लिया 6 इंच यानी कि 3 इंच 20 तो 6 3 इंच 20 तो 7 3 इंच टोटल कितना हो गया 6 इंच। ठीक फिर इस तो बाद की किया असी 2 ਅਤੇ 6 ਨੂੰ ਤਿਰਛਾ ਮਿਲਾਤਾ 5 ਅਤੇ 7 ਨੂੰ ਤਿਰਛਾ ਮਿਲਾਇਆ। इस तरह साडे ਇਹ अगले भाग की ड्राफ्टिंग तैयार हो जाती है। हुण असीं की करना अगे 3 तो 10 बाहर वाली साइड लिखा हुआ है ना 3 to 10 इंक्रीज टू वेस्ट साइड असी कमर की साइड से इंक्रीज करता 2 इंच। ठीक है 10 तो 11 वेस्ट अपर साइड इंक्रीज 2 इंच देखो लिखा हुआ 10 to 11 वेस्ट अपर साइड इंक्रीज किया 2 इंच। ठीक बेटा हुण साडा आ जांदा अगे बिप 0 तो 1 बिप की लेंथ आपां ने नाप दे विच लई सी 8 इंच 0 तो 2 बिप की 0 तो 1 बिप की लंबाई 8 इंच 0 तो 2 बिप की चौड़ाई कितनी सी छाती का 1/4 बिप कितने 4.5 इंच 0 तो 1 ਅਤੇ 2 तो 3 ਅਸੀਂ ਖਾਨਾ ਤਿਆਰ ਕੀਤਾ। ठीक 0 तो 4 गले की चढ़ाई छाती के 1/12 गलत छाती के 1/6 बराबर 3 इंच 0 तो 5 छाती के 1/6 बराबर 3 इंच क्यों क्योंकि इत्थे इत्थे गलत हो गया ड्रॉ ते क्योंकि विप है विप थोड़ा खुला चाहिए है बिल्कुल गले के नाल लग्या नहीं होना चाहिए थोड़ा जिहा लूज जरूर रखना पैंदा है। ठीक है इस तरह साडा एक विप तैयार हो जाता है। अगे साडे कोल आ गए पॉकेट्स 0 तो 1 पॉकेट की लंबाई 4.5 इंच 0 तो 2 पॉकेट की चौड़ाई 3.5 इंच। ठीक 0 तो 1 ਅਤੇ 2 ਤੋਂ 3 ਖਾਨਾ ਤਿਆਰ ਕੀਤਾ 0 ਤੋਂ 5 पॉकेट ਦੇ ਹੋਲ ਲਈ ਲਿਆ ਮੂੰਹ ਦੇ 0 ਤੋਂ 4 ਮੂੰਹ ਦੇ ਲਈ ਲਿਆ ਜਿੱਥੇ ਜੇਬ 'ਚ ਹੱਥ ਪਾਣਾ ਹੁੰਦਾ ਉੱਥੇ 3 ਇੰਚ 0 ਤੋਂ 5 पॉकेट होल क्योंकि शेप भी पानी पेगी अपन उत्थे लिया सी आधा इंच। ठीक है 5 ਅਤੇ 4 ਨੂੰ ਗੁਲਾਈ ਨਾਲ ਮਿਲਾਇਆ 3 ਤੋਂ 6 और 3 ਤੋਂ 7 पॉकेट ਦੀ शेप ਦੇ ਲਈ ਲਿਆ 1.25 इंच यानी 1.2 इंच लिया। ठीक है 6 ਅਤੇ 7 ਨੂੰ ਗੁਲਾਈ ਨਾਲ पॉकेट ਤੁਸੀਂ ਦੇਖਿਆ ਹੋਣਾ ਇਹ ਪੈਚ पॉकेट्स ਹੁੰਦੀਆਂ ਨੇ ਦੋਹਾਂ ਸਾਈਡਾਂ ਤੇ ਲਗਾਈਆਂ ਜਾਂਦੀਆਂ ਨੇ ਇਹਨਾਂ ਨੂੰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇਸ ਨੂੰ ਦੇਣੇ ਹੈਗੇ। फिर अगे आ जाती है इसकी बेल्ट। ठीक है 0 तो 1 बेल्ट की लंबाई 1.5 इंच 0 तो 2 बेल्ट की चौड़ाई 10 इंच 0 तो 1 ਅਤੇ 2 ਤੋਂ 3 ਖਾਨਾ ਤਿਆਰ ਕੀਤਾ 0 ਤੋਂ 1 और 2 ਤੋਂ 3 ਅਸੀਂ ਖਾਨਾ ਤਿਆਰ ਕੀਤਾ। ਇਸ ਤਰ੍ਹਾਂ ਸਾਡੇ ਕੋਲ ਇਹ ਡਰਾਫਟ ਤਿਆਰ ਹੋ ਜਾਂਦਾ ਹੈ ਸਿਲੈਕਸ ਦਾ ਬੇਬੀ ਸਿਲੈਕਸ ਦਾ। बेबी सिलेक्स जो भी असी बनाते हैं साढ़े को कुछ खास ध्यान देने वाली गल्लां ये होंदियां ने कि असी इसके विच अगला भाग पिछला भाग नूं अलग-अलग शो करते हाँ ते इहदी अपर साइड बनाउने हाँ क्योंकि थानू मैं पहला भी दस्सिया हैगा कि जो लोअर पोर्शन दे विच ड्राफ्ट करते हाँ असी जदों तां इस गल दा ध्यान रखना चाहिए कि लोअर जिहड़ा बैक पोर्शन है उसनूं बाहर वल कढ़िया जाता है ਜਦੋਂ कि अपर साइड के पोर्शन के अगले भाग के यानी फ्रंट साइड के गुलाइयां वगैरह दित्तियां जांदियां ने। हुण इस तो बाद आपां इसके पैटर्न की कटाई यानी पैटर्न कटते हैं असीं जदों भी करते हैं फुल स्केल दे विच इसकी पैटर्न की लंबाई हुंदी है लेकिन इसकी पैटर्न वगैरह जदों भी असीं कटते हैं करते हैं तो सानूं ये देखते हैं कि साढ़े पैटर्न वगैरह किन्ने किस तरह के कटे क्योंकि पैटर्न क्यों जरूरी है क्योंकि जो असीं ड्राफ्ट के आधार पर कोई खाका तैयार करते हैं उसनूं पैटर्न कहते हैं पैटर्न के आधार के उत्ते ही असीं इसनूं तैयार करते हैं। पैटर्न जिहड़ा है
क्यों जरूरी है? क्योंकि कपड़े के उत्ते सारे भाग नूं रख पैटर्न रख के असीं देख सकते हैं कि साडे सारे भाग निकल रहे हैं कि नहीं। जो साडे सारे पार्ट्स निकल जाते हैं तो असीं कपड़े के उत्ते फिर असीं उसनूं सीम अलाउंसिस देने हैं। फिर सीम अलाउंसिस देने तो बाद असीं वो कपड़ा सारा कटते हैं। जो भी आपां फ्लैक्स कट्टीए या बेबी पैंट है या होर भी कोई कपड़े करते हैं तो पैटर्न रखने के नाल एक तो कपड़े जरूर कोई नुक्स होवे, यानी कि कपड़ा विच अगर कोई प्रॉब्लम होवे, कपड़े खुंगी लगी है, टक लग्या हैगा, तो वो भाग असीं कट दिंदे हैं। फिर उस तो बाद कपड़े दे विच जदों भी असीं रखते हैं तो पुट्ठे सीधे का ध्यान रखा जाता है। फिर आडे आडा दा है कि कपड़ा किते आडा तो नहीं रखा गया, कोई पार्ट गलत। जिस तरह हुण बैल्ट है वो हमेशा आडी ही लगती है, ਇਹਦਾ थंब रूल है कि आडी ही बैल्ट ਅਸੀਂ लगाते हैं। ठीक है, साइड के उत्ते कदे भी ਅਸੀਂ बैल्ट भी लगाइए या ਅਸੀਂ निकर्स भी लगाइए या ਅਸੀਂ लेडीज सलवार ਦੇ ਵਿੱਚ बैल्ट लगाइए, आडे ही लगते हैं। कुछ कपड़े साडे आडे ही लगते हैं, जिस तरह कफ है जेंट्स का वो भी आडा ही लगता है, तीरा है वो भी आडे ही लगते हैं, कॉलर है वो भी आडे ही लगते हैं। वो हर जगह चाहे बच्चे के कपड़े नहीं चाहे जेंट्स कपड़े नहीं, वो आडे ही लगते हैं। ठीक है, लेकिन साडे दे विच ज़्यादातर सीधे कपड़े बनाए जाते हैं, आडे कपड़े दी ना कमीज शर्ट या फ्रॉक कुछ भी नहीं बनाई जाती। हुण आपां बेबी सिलेक्स दी आपां असीं शर्ट लेआउट करांगे। लेआउट जिस तरह मैं तुहानूं पहलां शो किया कि पैटर्न है, पैटर्न नूं असीं किधर किधर रखना है सानूं पता होना चाहिए। फिर फोल्डेड पता होना चाहिए सानूं असीं कि फोल्डेड किधर लगाना है। अगर फोल्डेड है तो उत्थे गुलाइज लगानियां पैणगियां ताकि सानूं शो होवे कि इधरों कपड़ा असीं फोल्ड किया होया है। ऊपर तो भी फोल्ड है क्योंकि आ वाली साइड फोल्डेड है तो इत्थे फोल्डेड लिखा गया है, शो किया है। तुसी भी इस तरह ही शो करना है अपनी कॉपीज के उत्ते जदों तुसी इसनूं बनाना है। फिर इधर आप बैल्ट कड्डी सी, मैं तुहानूं पहला शो किया सी कि आप बैल्ट कड्डी है। बैल्ट के लिए सीम अलाउंस कितना चाहिए है, देखो ध्यान नाल देखो कि सानूं इत्थे अद्धा इंच दे चाहिए ने ते असीं इसनूं अद्धा इंच दे ही सीम अलाउंस रखने। किते सानूं ज़्यादा सीम अलाउंस चाहिए ने, असीं ज़्यादा रखे ने। इधर बैक साइड के उत्ते सानूं क्योंकि पैंट है, पैंट की गिदरी वाली साइड के उत्ते सानूं सीम अलाउंसिस ज़्यादा चाहिए होंदे ने ते असीं ओह सीम अलाउंसिस बहुत ज़्यादा रखे हुए होंदे ने। बिब है, बिब के उत्ते सानूं थोड़ा सीम अलाउंस चाहिए ने ते असीं उत्थे थोड़े सीम अलाउंसिस रखे हुए हैं। पॉकेट्स के विच भी सानूं थोड़े चाहिए ने, असीं इसलिए थोड़े सीम अलाउंसिस रखे ने। ते इधर साडी सेविंग बच जाती है। सारा कपड़ा जो आ वाला कपड़ा है, हेलो, जो इधरों कपड़ा है वो भी साडा सेम अलाउंसिस सारे रखे। इस तरह करन दे नाल जदों भी साडे कपड़े की सेविंग बच जाती है। बचा हुआ कपड़ा असीं किते भी यूटिलाइज कर सकते हैं। तो लेकिन जो भी असीं कपड़े के पीसिस करते हैं, कुछ भी करते हैं, तो सानूं वो सीम अलाउंसिस वगैरह पहला करने पैंदे ने, क्योंकि असीं अगर सीम अलाउंसिस नहीं रखते तो कपड़े की प्रॉपर फिटिंग नहीं आएगी, क्योंकि असीं सिलाई भी उसनूं करना होंदा है। ठीक है, सिलाई करन दे नाल ही सानूं पता लगता है कि साडा कपड़ा कितना तैयार हो गया है। मैं एक बार फिर अपने ITI मोहाली बारे थानू दस रही सी कि साडी ITI मोहाली नियर चंडीगढ़ है। जिस तरह कि थानू पता है अगे अगे एडमिशनस भी हैं, कई बच्चे ने 2 ईयर कोर्सिज ने वो अपने आप को अगे कंटिन्यू कर सकते हैं। कई बच्चों के हाले 1 ईयर ही चल रहा है, अगले साल वो ऑटोमैटिकली सैकेंड ईयर चले जाएंगे। इसी तरह ITI मोहाली के ड्राफ्ट्समैन सिविल, ड्राफ्ट्समैन मैकेनिकल, इंफॉर्मेशन कम्युनिकेशन टेक्नोलॉजी, सिविंग टेक्नोलॉजी, सरफेस ऑर्नामेंटल, बेसिक कॉस्मोलॉजी, कंप्यूटर ऑपरेटर एंड प्रोग्रामिंग असिस्टेंट,
पंजाबी स्टैनो साडे कोल SC वैलफेयर ट्रेड है साडे कोल, ओह बेसिक कॉस्टमोलॉजी साडा वैलफेयर ट्रेड स्कीम के अधीन चल रही है। फिर कंप्यूटर हार्डवेयर एंड नैटवर्क मेंटेनेंस की क्लासेस चलदियां ने। इलैक्ट्रॉनिक मैकेनिक्स है, इलैक्ट्रॉनिक मैकेनिक दी क्लासेस साडे कोल चल रही ने। 2 साला कोर्सेज भी ने और 1 ईयर कोर्सेज भी चल रहे ने। ते मैं मिशन फतेह ਨੂੰ ਲੈ ਕੇ ਇੱਕ ਵਾਰ ਫਿਰ ਆਪਣੇ ਸਟੂਡੈਂਟਸ ਦੇ ਨਾਲ ਰੂਬਰੂ ਹੋਈ ਹਾਂ। ਮਿਸ਼ਨ ਫਤਿਹ ਨੂੰ ਲੈ ਕੇ ਜਿੱਥੇ ਸਾਡੇ ਪੰਜਾਬ ਗਵਰਨਮੈਂਟ ਨੇ ਇੱਕ ਮਿਸ਼ਨ ਫਤਿਹ ਚਲਾਇਆ ਹੈ, ਇਹ ਕਰੋਨਾ ਦੇ ਉੱਤੇ ਵਿਜੇ ਦੇ ਲਈ ਮਿਸ਼ਨ ਰਨ ਕੀਤਾ ਹੈ, ਜਿਸ ਦੇ ਲਈ ਭਰਪੂਰ ਯੋਗਦਾਨ ITI ਮੋਹਾਲੀ ਨੇ ਪਾਇਆ ਹੈ। ITI ਦੇ ਮੋਹਾਲੀ ਨੂੰ ਸੇਧ ਦੇਣ ਲਈ ਸਾਡੇ ਪ੍ਰਿੰਸੀਪਲ ਸਰ ਮਿਸਟਰ ਸ਼ਮਸ਼ੇਰ ਸਿੰਘ ਪਰਖਾਲਵੀ ਜੀ ਦਾ ਵੱਧ ਯੋਗਦਾਨ ਰਹਿੰਦਾ ਹੈ। ਉਹ ਆਪਣੇ ਸਟਾਫ ਨੂੰ ਬੂਸਟ ਅਪ ਕਰਦੇ, ਆਪਣੇ ਸਟੂਡੈਂਟਸ ਨੂੰ ਵੀ ਇਸ ਦੇ ਮਿਸ਼ਨ ਫਤਿਹ ਦੇ ਲਈ ਬੂਸਟ ਅਪ ਕਰਦੇ ਨੇ। ਤੇ ਮਿਸ਼ਨ ਫਤਿਹ ਕਰੋਨਾ ਦੇ ਉੱਤੇ ਜਿੱਤ ਹੈ। ਮੇਰੇ ਖਿਆਲ ਦੇ ਵਿੱਚ ITI ਮੋਹਾਲੀ ਨੇ ਸਭ ਤੋਂ ਪਹਿਲਾਂ ਕਰੋਨਾ ਦੀ ਹਾਲਤ ਨੂੰ ਦੇਖਦੇ ਹੋਏ ਮੱਦੇਨਜ਼ਰ ਪਹਿਲਾਂ ਹੀ ਠੋਸ ਕਦਮ ਉਠਾ ਲਏ ਸੀਗੇ। ਤੇ ਅੱਜ ਵੀ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ ਐਨੀ ਟਾਈਮ ਕਿ ITI ਮੋਹਾਲੀ ਦੇ ਵਿੱਚ ਪਹਿਲੇ ਹੀ ਸਾਰੀ ਬਿਲਡਿੰਗ ਸੈਨੀਟਾਈਜ਼ ਹੈ ਆਲਰੇਡੀ ਹੀ ਉੱਥੇ ਸੈਨੀਟਾਈਜ਼ਰ ਦੇ हैंड स्टैंड लगे हुए ने, ਜਿਹੜੇ ਕਿ ਤੁਸੀਂ ਆ ਕੇ ਕਦੇ ਵੀ ਵਿਜ਼ਿਟ ਕਰਕੇ ਉਸ ਨੂੰ ਦੇਖ ਸਕਦੇ ਹੋ। ਤੇ ਮਾਸਕ ਵਗੈਰਾ, ਥਰਮਲ ਸਕੈਨਿੰਗ ਵਗੈਰਾ ਦੇ ਲਈ ਵੀ ਯੰਤਰ ITI ਮੋਹਾਲੀ ਦੇ ਨੇ ਪ੍ਰੋਵਾਈਡ ਕਰਵਾਏ ਨੇ। ਜਦੋਂ ਸਾਡੇ ਡਾਇਰੈਕਟਰ ਸਾਹਿਬ ਨੇ ਪਿਛਲੇ ਦਿਨੀ ਵਿਜ਼ਿਟ ਕੀਤਾ ਸੀ ਤਾਂ ਉਹ ਇਹ ਦੇਖ ਕੇ ਬੜੇ ਖੁਸ਼ ਹੋਏ ਸਨ ਕਿ ਇਹਨਾਂ ਨੇ ਥਰਮਲ ਸਕੈਨਿੰਗ ਦੇ ਵਾਸਤੇ ਵੀ ਇਹਨਾਂ ਨੇ ਯੰਤਰ ਰੱਖਿਆ ਹੋਇਆ ਹੈ। ਬਕਾਇਦਾ ਹੀ ਉਸਨੂੰ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਥਰਮਲ ਸਕੈਨਿੰਗ ਕਿਵੇਂ ਕਰਨ, ਹੈਂਡ ਨੂੰ ਕਿਵੇਂ ਸੈਨੀਟਾਈਜ਼ ਕਰਨਾ। ਸਾਡੇ ਬਾਰ-ਬਾਰ ਹੱਥ ਧੋਣ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਉਸਦਾ ਯੋਗਦਾਨ ਪਾਇਆ ਜਾਂਦਾ ਹੈ। ਇਹ ਸਾਡੇ ਮਿਸ਼ਨ ਫਤਿਹ ਦੇ ਕੁਛ ਨੇ ਕਿ ਸਟੈਪਸ ਨੇ ਕਿ ਘਰ 'ਚ ਰਹੋ, ਜੇ ਹੋ ਸਕੇ ਮਜਬੂਰੀ ਹੋਏ ਤਦ ਹੀ ਘਰ ਤੋਂ ਬਾਹਰ ਰਹੋ ਤੇ ਸੇਫ ਡਿਸਟੈਂਸ। ਤੇ ਸਾਡਾ ਸਟਾਫ, ਸਾਡੇ ਬੱਚੇ ਡਿਸਟੈਂਸ ਕਰਦੇ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਉਹ ਵੀ ਆਪਣੇ ਡਿਸਟੈਂਸ ਮੇਨਟੇਨ ਕਰਕੇ ਰੱਖਣ, ਆਪਣੇ ਹੱਥ ਬਾਰ-ਬਾਰ ਧੋਣ। 20 ਸੈਕਿੰਡ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਦੋਂ 20 ਸੈਕਿੰਡ ਹੋ ਜਾਂਦੇ ਕਿਉਂਕਿ ਸਾਡੇ ਇਹ ਰੂਟੀਨ ਵਰਕ ਦੇ ਵਿੱਚ ਹੈ। ਤਾਂ ਅਗਰ ਤੁਹਾਨੂੰ ਖਾਂਸੀ ਹੈ ਜਾਂ ਤੁਹਾਨੂੰ ਕਿਸੇ ਤਰ੍ਹਾਂ ਨਜ਼ਲਾ ਹੋ ਰਿਹਾ ਹੈ ਤਾਂ ਤੁਸੀਂ ਆਪਣੀ ਖਾਂਸੀ ਨੂੰ ਬਾਂਹ ਦੀ ਕੋਣੀ ਦੇ ਵਿੱਚ ਹੀ ਖੰਗੋ। ਤੇ ਜੇ ਤੁਹਾਨੂੰ ਪ੍ਰੋਬਲਮ ਹੈ, ਕੋਈ ਬਿਮਾਰ ਹੋ ਤਾਂ ਤੁਸੀਂ 104 ਨੰਬਰ ਦੇ ਉੱਤੇ ਕਾਲ ਕਰੋ ਤਾਂ ਕਿ ਤੁਸੀਂ ਉਹਨਾਂ ਦੀ ਹੈਲਪ ਲੈ ਸਕੋ। 104 ਨੰਬਰ ਸਾਡਾ ਐਮਰਜੈਂਸੀ ਹੈਲਪਲਾਈਨ ਨੰਬਰ ਹੈ। ਇੱਥੇ ਤੁਹਾਨੂੰ ਐਂਬੂਲੈਂਸ ਤੱਕ ਪ੍ਰੋਵਾਈਡ। 108 ਨੰਬਰ ਤੇ ਤੁਸੀਂ ਅਗਰ ਕਾਲ ਕਰਦੇ ਹੋ ਤਾਂ ਐਂਬੂਲੈਂਸ ਘਰ ਵੀ ਆ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਸਟੈਪਸ ਹੈ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਘਰ ਰਹਿ ਕੇ ਉਸਨੂੰ ਵੱਧ ਤੋਂ ਵੱਧ ਅਪਣਾਉਣ ਤੇ ਮਿਸ਼ਨ ਫਤਿਹ ਨੂੰ ਇਸ ਨੂੰ ਸੁਚਾਰੂ ਢੰਗ ਨਾਲ ਸਕਸੈਸਫੁਲ ਕਰਨ। ਮਿਸ਼ਨ ਫਤਿਹ ਇਹ ਨਹੀਂ ਹੈ ਕਿ ਅਸੀਂ ਮਿਸ਼ਨ ਲੈ ਕੇ ਚੱਲੇ ਹਾਂ, ਇਹ ਸਾਨੂੰ ਸਾਰਿਆਂ ਦੀ ਹੀ ਜਾਨ ਮਾਲ ਦੇ ਸਾਨੂੰ ਸੁਰੱਖਿਅਤ ਚਾਹੀਦੇ ਨੇ। ਸਾਡੇ ਬੱਚੇ ਸੁਰੱਖਿਅਤ ਹੋਣਗੇ, ਸਾਡਾ ਪਰਿਵਾਰ ਸੁਰੱਖਿਅਤ ਹੋਏਗਾ, ਸਾਡਾ ਪਰਿਵਾਰ ਸੁਰੱਖਿਅਤ ਹੋਏਗਾ, ਸਾਡਾ ਸਮਾਜ ਸੁਰੱਖਿਅਤ ਹੋਏਗਾ, ਸਾਡਾ ਸਮਾਜ ਸੁਰੱਖਿਅਤ ਹੋਏਗਾ, ਸਾਡਾ ਸ਼ਹਿਰ, ਸਾਡਾ ਦੇਸ਼, ਸਾਡੇ ਸਟੇਟ ਸਾਰੇ ਹੀ ਸੁਰੱਖਿਅਤ ਹੋਣਗੇ। ਇਸ ਲਈ ਜੋ ਮਹਾਮਾਰੀ ਕਰੋਨਾ ਚੱਲੀ ਹੈ, ਅਸੀਂ ਉਸ ਤੇ ਹਰ ਹਾਲ ਦੇ ਵਿੱਚ ਫਤਿਹ ਪਾਉਣੀ ਹੈ। ਇਸ ਲਈ ਹੀ ਇਸ ਮਿਸ਼ਨ ਦਾ ਨਾਮ ਮਿਸ਼ਨ ਫਤਿਹ ਰੱਖਿਆ ਗਿਆ ਹੈ। ਇਸ ਦੇ ਨਾਲ ਇਸ ਟਾਈਟ ਸਮੇਂ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਸਾਡੀ ਗਵਰਨਮੈਂਟ ਨੇ ਜਿੱਥੇ ਬੱਚਿਆਂ ਨੂੰ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਨਿੰਮੀ ਪਲੇਟਫਾਰਮ ਦੇ ਉੱਤੇ ਵੱਖ-ਵੱਖ ਟ੍ਰੇਡਾਂ ਦੇ ਲਈ ਉਹਨਾਂ ਦੇ ਸਿਲੇਬਸ ਅਕੋਰਡਿੰਗ ਕਲਾਸਿਸ ਲਗਵਾਈਆਂ ਨੇ। ਉਸੇ ਦੇ ਨਾਲ ਹੀ ਲਿੰਕ ਕਰਕੇ ਉਹਨਾਂ ਨੇ ਇਸ ਨੂੰ ਇਹਨਾਂ ਟ੍ਰੇਡਾਂ ਨੂੰ ਉਹਨਾਂ ਨੇ ਬੱਚਿਆਂ ਨੂੰ ਪਲੇਸ ਕਰਾਉਣ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ। ਸਾਡੇ ਡਿਪਾਰਟਮੈਂਟ ਦਾ ਟੀਚਾ ਹੈ ਕਿ ਬੱਚਿਆਂ ਨੂੰ 100% ਪਲੇਸਮੈਂਟ ਕਰਵਾਇਆ ਜਾਵੇ, ਜੋ ਕਿ ਬਹੁਤ ਹੀ ਇੱਕ ਵਧੀਆ ਉਪਰਾਲਾ ਹੈ। ਇਸ ਦੇ ਲਈ ਤੁਹਾਨੂੰ ਇੱਥੇ ਵੀ ਜ਼ਰੂਰਤ ਨਹੀਂ ਆਉਣ ਦੀ, ਤੁਸੀਂ ਸਿਰਫ ਇੱਕ ਆਨਲਾਈਨ ਲਿੰਕ ਨਜ਼ਰ ਆ ਰਿਹਾ ਹੈ ਤੁਹਾਨੂੰ ਇੱਥੇ, ਤੁਸੀਂ ਉਸ ਆਨਲਾਈਨ ਲਿੰਕ ਤੇ ਕਲਿੱਕ ਕਰੋ ਤਾਂ ਉਸ ਲਿੰਕ ਦੇ ਉੱਤੇ ਕਲਿੱਕ ਕਰਨ ਉਪਰੰਤ ਤੁਹਾਡੇ ਕੋਲ ਇੱਕ ਫਾਰਮ ਖੁੱਲ ਜਾਂਦਾ ਹੈ। ਜੋ ਫਾਰਮ ਤੁਸੀਂ ਉਸਨੂੰ ਫਿਲਅਪ ਕਰਨਾ ਹੈ ਔਰ ਉਸਨੂੰ ਸਬਮਿਟ ਕਰਨਾ ਹੈ।
ਜਦੋਂ ਤੁਸੀਂ ਉਹ ਲਿੰਕ ਸਬਮਿਟ ਕਰ ਦਿੰਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਆਪਣੀ ਜੌਬ ਦੇ ਲਈ। ਤੇ ਤੁਹਾਨੂੰ ਤੁਹਾਡੀ ਟ੍ਰੇਡ ਮੁਤਾਬਿਕ ਜੋ ਤੁਸੀਂ ਕੁਆਲੀਫਾਈਡ ਹੋ, ਜਿਸ ਤਰ੍ਹਾਂ ਦੀ ਹੈ, ਉੱਥੇ ਤੁਸੀਂ ਜਾ ਕੇ ਉਸਨੂੰ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਉੱਥੇ ਉਹਦੇ ਉੱਤੇ ਆ ਕੇ ਆਪਣੀ ਜੌਬ ਲੈ ਸਕਦੇ ਹੋ। ਇਹ ਇੰਟਰਵਿਊ ਤੁਹਾਡੇ ਕੋਲ ਤੁਹਾਨੂੰ ਜ਼ੂਮ ਰਾਹੀਂ ਜਾਂ WhatsApp ਰਾਹੀਂ ਕਾਲ ਕਰਕੇ ਕਰਵਾਈ ਜਾ ਸਕਦੀ ਹੈ। ਤੁਹਾਨੂੰ ਇਸ ਦੇ ਲਈ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਕਿ ਸਾਨੂੰ ਲੁਧਿਆਣਾ ਆਉਣਾ ਪਏਗਾ ਜਾਂ ਸਾਨੂੰ, ਤੁਸੀਂ ਇਸ ਦੇ ਸੰਬੰਧ ਦੇ ਵਿੱਚ ਆਪਣੀ ਨੇੜੇ ਵਾਲੀ ਆਈਡੀ ਜੋ ਵੀ ਤੁਹਾਡੇ ਘਰ ਦੇ ਨੇੜੇ ਜਾਂ ਤੁਹਾਡੀ ਡਿਸਟ੍ਰਿਕਟ ਦੇ ਵਿੱਚ ਆਈਟੀ ਹੈ, ਤੁਸੀਂ ਉੱਥੇ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਕੰਟੈਕਟ ਕਰ ਸਕਦੇ ਹੋ, ਉਹ ਵੀ ਤੁਹਾਨੂੰ ਗਾਈਡ ਕਰ ਸਕਦੇ ਹਨ। ਨਹੀਂ ਤਾਂ ਤੁਸੀਂ ਇਸ ਲਿੰਕ ਤੇ ਜਾਓਗੇ, ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੋਏਗੀ। ਇਸ ਲਈ ਮੈਂ ਇਹ ਇੱਛਾ ਕਰਾਂਗੀ ਕਿ ਤੁਸੀਂ ਸਾਰੇ ਆਪਣੇ ਘਰ ਰਹੋ, ਸੁਰੱਖਿਅਤ ਰਹੋ, ਵਧੀਆ ਰਹੋ ਤੇ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਹੈ ਕਰੋਨਾ ਨੂੰ ਲੈ ਕੇ, ਤੁਸੀਂ ਫੋਲੋ ਕਰੋ। ਇਸ ਦੇ ਨਾਲ ਹੀ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਗਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਇਸ ਨੂੰ ਮੈਨੂੰ ਫੋਨ ਆਪਣੇ ਆਪ ਨੂੰ ਅਨਮਿਊਟ ਕਰਕੇ ਮੈਨੂੰ ਗੱਲ ਕਰ ਸਕਦੇ ਹੋ ਮੇਰੇ ਨਾਲ। हेलो, हेलो सर, सब ਨੂੰ ਅਨਮਿਊਟ ਕਰ ਦਿਓ ਤਦ ਹੀ ਉਹ ਗੱਲ ਕਰ ਪਾਣਗੇ। हेलो, हेलो, हाँ जी मोनिका मैम। हाँ जी, नमस्कार मैम। नमस्कार मैम, नमस्कार जी। उपास मैम, ਤੁਹਾਡਾ ਲੈਕਚਰ ਬਹੁਤ ਵਧੀਆ ਹੈ, ਸਪੈਸ਼ਲੀ ਜਦ ਤੁਸੀਂ ਪਲੇਸਮੈਂਟ ਦੇ ਲਈ ਮੋਟੀਵੇਟ ਕੀਤਾ, ਇਟਸ ਵੈਰੀ ਗੁੱਡ ਮੈਮ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਤੁਹਾਡੇ ਵਰਗੇ ਭੈਣ ਭਰਾਵਾਂ ਸਦਕੇ ਹੀ ਸਾਡਾ ਮਿਸ਼ਨ ਇਹ ਸਿਰੇ ਚੜ ਰਿਹਾ ਮੈਮ। ਤੁਸੀਂ ਸਾਰੇ ਜਣੇ ਬਹੁਤ ਹੀ ਮਿਹਨਤ ਕਰਦੇ ਹੋ, ਸਾਰੇ ਹੀ ਮੇਰੇ ਇੰਸਟ੍ਰਕਟਰ ਸਾਹਿਬਾਨ ਬਹੁਤ ਹੀ ਮਿਹਨਤੀ ਨੇ, ਬਹੁਤ ਹੀ ਕੈਪੇਬਲ ਨੇ ਤੇ ਅਸੀਂ ਤਾਂ ਸਿਰਫ ਇੱਕ ਨਿੰਮੀ ਦੇ ਰਾਹੀਂ ਕਿ ਜ਼ਰੀਆ ਬਣੇ ਹਾਂ ਆਪਣਾ ਮੈਸੇਜ ਬੱਚਿਆਂ ਤੱਕ ਕਨਵੇ ਕਰ ਲਈ, ਬੱਚਿਆਂ ਦੀ ਪੜ੍ਹਾਈ 'ਚ ਹਰਜ ਨਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਹ ਸਮਾਂ ਜ਼ਰੂਰ ਥੋੜਾ ਕ੍ਰੂਸ਼ਲ ਹੈ, ਲੇਕਿਨ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਾਡੇ ਡਿਪਾਰਟਮੈਂਟ ਅਗਵਾਈ ਕਰ ਰਿਹਾ ਹੈ ਇੰਨੇ ਵੱਡੇ ਪਲੇਟਫਾਰਮ ਦੇ ਉੱਤੇ ਸਾਡੇ ਬੱਚਿਆਂ ਨੂੰ ਸਟੱਡੀ ਪ੍ਰੋਵਾਈਡ ਕਰਵਾਉਣ ਦੀ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਔਰ ਪਹਿਲ ਕਦਮੀ ਹੈ ਉਹਨਾਂ ਦੇ ਲਈ। ਸਾਡੇ ਆਫਿਸਰ ਸਾਹਿਬਾਨ ਬਹੁਤ ਹੀ ਮਿਹਨਤ ਕਰ ਰਹੇ ਨੇ, ਇਸ ਲਈ ਥੈਂਕ ਯੂ ਮੋਨਿਕਾ ਮੈਮ, ਥੈਂਕ ਯੂ ਸੋ ਮਚ। ਵੈਲਕਮ ਮੈਮ। हेलो, हेलो, हाँ जी। हाँ जी, उपासना मैम, ਤੁਹਾਡਾ ਅੱਜ ਦਾ ਲੈਕਚਰ ਬਹੁਤ ਫਰੂਟਫੁਲ ਸੀ। ਤੁਸੀਂ ਬੇਬੀ ਸਲੈਕਸ ਤੇ ਸਨਸ਼ੂਟ ਦੇ ਡਰਾਫਟਿੰਗ ਬਹੁਤ ਅੱਛੇ ਤਰੀਕੇ ਨਾਲ ਸਮਝਾਈ ਹੈ। ਉਸ ਤੋਂ ਵੀ ਵਧੀਆ ਤੁਸੀਂ COVID-19 ਦੀਆਂ ਇਨਸਟਰਕਸ਼ਨਸ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ, ਉਹ ਵੀ ਬਹੁਤ ਵਧੀਆ, ਬਹੁਤ ਲਾਹੇਵੰਦ ਸਾਬਿਤ ਹੋਣਗੀਆਂ ਸਟੂਡੈਂਟਸ ਲਈ। ਔਰ ਵਰਚੁਅਲ ਪਲੇਸਮੈਂਟ ਡਰਾਈਵ ਦਾ ਤਾਂ ਡੈਫੀਨੇਟਲੀ ਸਟੂਡੈਂਟਸ ਨੂੰ ਫਾਇਦਾ ਹੋਏਗਾ ਹੀ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ ਮੈਮ। हेलो, हाँ जी कुलवंत मैम। ਜਸਪ੍ਰੀਤ ਜੀ, ਤੁਸੀਂ ਹੈਂਡ ਰੇਜ਼ ਕਰ ਰਹੇ ਹੋ, ਆਪਣੇ ਆਪ ਨੂੰ ਅਨਮਿਊਟ ਕਰਕੇ ਗੱਲ ਕਰੋ। ਜਸਪ੍ਰੀਤ ਜੀ, ਕੁਲਵੰਤ ਮੈਮ। ਹਾਂਜੀ ਜੀ ਮੈਮ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਕਹਿ ਸਕਦੇ ਹੋ। ਮੈਡਮ ਮੈਂ ਜੁਆਇਨ ਹੁਣੇ ਕੀਤਾ। ਚਲੋ ਕੋਈ ਗੱਲ ਨਹੀਂ ਮੈਮ, ਤੁਸੀਂ ਕਰਿਆ ਇਹਦੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ। ਠੀਕ, ਮੈਨੂੰ ਪਤਾ ਨਹੀਂ ਟਾਈਮ ਦਾ, ਮੈਂ ਜੁਆਇਨ ਹੁਣੇ ਕੀਤਾ। ਕੋਈ ਗੱਲ ਨਹੀਂ ਮੈਮ, ਹੋ ਜਾਂਦਾ ਕਦੇ ਕਦੇ। ਹੈਲੋ,
हेलो हाँ जी। ਹੈਲੋ ਸਤਿ ਸ਼੍ਰੀ ਅਕਾਲ ਮੈਮ, ਮੈਂ ਜਸਪ੍ਰੀਤ ਬੋਲ ਰਹੀ ਹਾਂ हाँ जी ਰਾਈਟ। सर। हाँ जी ਮੈਮ ਮੈਂ मैम। ਤਕਰੀਬਨ ਤੁਹਾਡੇ ਸਾਰੇ ਹੀ ਲੈਕਚਰ ਲਏ ਆ, ਬਹੁਤ ਹੀ थैंक यू ਵਧੀਆ मैम। ਮਤਲਬ ਤੁਸੀਂ ਸਮਝਾਉਂਦੇ ਹੋ ਡੀਪਲੀ, ਮਤਲਬ ਬਰੀਕੀ ਨਾਲ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਤੁਹਾਡੀ ਵੌਇਸ ਦੇ ਵਿੱਚ ਤਾਂ ਕਹਿੰਦੇ ਆ ਹੈ ਹੀ ਜਾਦੂ ਹਨਾ, ਹਰੇਕ ਚੀਜ਼ ਬਹੁਤ ਵਧੀਆ ਸਮਝ ਆਉਂਦੀ ਹੈ। थैंक यू मैम। जसप्रीत मैम कित्थों बोल रहे हो, मैनू सुनिया नहीं सीगा, सॉरी। ਮੈਮ ਮੈਂ ITI ਕੋਟਪੁਰਾ ਕੋਟਪੂਰਾ ਤੋਂ। ਅੱਛਾ ਥੈਂਕ ਯੂ ਤੋਂ। ਮੈਮ, ਥੈਂਕ ਯੂ ਹਾਂਜੀ ਸੋ ਮਚ। ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕਰਿਆ ਕਰੋ। ਹਾਂਜੀ ਮੈਮ, ਐਕਚੁਅਲੀ ਕਈ ਵਾਰੀ ਮੇਰੇ ਤੋਂ ਨਹੀਂ ਹੁੰਦਾ, ਮੇਰੇ ਬੱਚੇ ਤਕਰੀਬਨ ਸਾਰੇ ਪਾਉਂਦੇ ਹੈ। ਹਾਂਜੀ ਕਿਉਂਕਿ ਮੈਨੂੰ ਪਤਾ ਹੈ ਸਾਡੇ ਸਾਰੇ ਇੰਸਟ੍ਰਕਟਰ ਸਹਿਬਾਨ ਜੋ ਵੀ ਲੈਕਚਰ ਦਿੰਦੇ ਨੇ ਨਿੰਮੀ ਦੇ ਪਲੇਟਫਾਰਮ ਤੇ ਆ ਕੇ, ਉਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ। ਸਾਰੇ ਇੰਸਟ੍ਰਕਟਰ ਸਹਿਬਾਨ ਬਹੁਤ ਹੀ ਮਿਹਨਤ ਕਰ ਰਹੇ ਨੇ, ਚਾਹੇ ਉਹ ਨਿੰਮੀ ਤੇ ਕਰ ਰਹੇ ਨੇ, ਚਾਹੇ ਉਹ ਆਪਣੀ ਕਲਾਸਾਂ ਨੂੰ ਹੈਂਡਲ ਕਰ ਰਹੇ ਕਲਾਸ ਨੇ ਦੀ ਆਨਲਾਈਨ ਜੁਆਇਨ ਕਰਨ। ਤੇ ਹਾਂਜੀ ਸਾਡੇ ਸਾਰੇ ਇੰਸਟ੍ਰਕਟਰ ਸਹਿਬਾਨ ਬਹੁਤ ਹੀ ਮਿਹਨਤੀ ਨੇ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਟਾਈਮ ਦੇ ਉੱਤੇ ਬਹੁਤ ਹੀ ਵਧੀਆ ਲੈਕਚਰਸ ਦਿੰਦੇ ਨੇ। ਕਿਉਂਕਿ ਹੁਣ ਟਾਈਮ ਰਿਵੀਜ਼ਨ ਹੈ, ਬੱਚੇ ਜੇ ਇਹ ਲੈਕਚਰ ਲਾਉਣ, ਉਹਨਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਉਹਨਾਂ ਤੋਂ ਮਿਸਟੇਕਸ ਹੁੰਦੀਆਂ ਉਹ ਹਾਂਜੀ ਨਿੰਮੀ ਤੇ ਕਵਰ ਹੋ ਜਾਣੀਆਂ ਸਾਰਿਆਂ ਦੇ ਲਈ, ਇਹ ਜ਼ਰੂਰੀ ਹੈ। ਹਾਂਜੀ ਮੈਮ, ਹੁਣ ਰਿਵੀਜ਼ਨ ਵੀਕ ਅੱਗੇ ਅੱਗੇ ਸ਼ੁਰੂ ਹੋ ਗਏ ਨੇ ਤੇ ਹਾਂਜੀ ਉਹਨਾਂ ਦੇ ਲਈ ਬੜੀ ਫਰੂਟਫੁਲ ਹੋਣਗੇ ਆਉਣ ਵਾਲੇ ਲੈਕਚਰ ਵੀ। ਲੈਕਚਰ ਹਾਂਜੀ ਹਾਂਜੀ ਬਹੁਤ ਵਧੀਆ, ਤੁਹਾਡੇ ਹਰ ਲੈਕਚਰ ਹੀ ਬਹੁਤ ਵਧੀਆ ਹੁੰਦਾ ਹੈ। ਚਲੋ ਥੈਂਕ ਯੂ ਮੈਮ, ਓਕੇ ਥੈਂਕ ਮੈਮ। ਯੂ ਸੋ ਮਚ, ਥੈਂਕ उपासना यू प्री। जसप्रीत। ਹਾਂਜੀ हेलो हेलो ਹਾਂਜੀ नमस्ते उपासना मैम। नमस्कार जी, नमस्कार। हाँ जी प्रिया उपासना मैम। मैम मैं प्रिया बोल जी रही ITI हाँ जी वुमेन मैम, नवा हाँ शहर ਤੋਂ। हाँ जी हाँ जी हाँ वेट कर। जी। ਮੈਮ थैंक यू। ਲੈਕਚਰ ਐਜ਼ ਯੂਜ਼ੁਅਲ ਜਿੱਦਾਂ ਅੱਗੇ ਬਹੁਤ ਵਧੀਆ ਹੁੰਦੇ, ਅੱਜ ਵੀ ਬਹੁਤ ਵਧੀਆ ਸੀ, ਬੜੀ थैंक यू ਵਧੀਆ मैम। ਤਰ੍ਹਾਂ ਤੁਸੀਂ ਸਮਝਾਉਂਦੇ ਹੋ। हाँ जी थैंक यू मैम, ਥੈਂਕ ਯੂ थैंक यू ਮੈਮ, सो मच। ਥੈਂਕ ਯੂ ਜੀ। थैंक यू सो मच प्रिया मैम। अगर होर किसी की कोई क्वेरी है तो फिर दसो मैनू। साढ़े एक स्टूडेंट्स ने मैम ने सुनीता मैम, अगर वो कुछ कहना चाहते ने। सुनीता रानी आई थिंक। हाँ जी निशा रानी जी बोलो। हेलो निशा रानी जी, ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਬੋਲ ਸਕਦੇ ਹੋ ਬੇਟਾ। ਹੈਲੋ ਹਾਂਜੀ ਹੈਲੋ ਹੈਲੋ ਹਾਂਜੀ ਮੈਮ ਬੋਲੋ। ਬਹੁਤ ਵਧੀਆ ਲੈਕਚਰ ਸੀ, ਮੈਂ ਲਾਸਟ ਕਰ ਸਕਦੀ ਹਾਂ, ਸਾਡੇ ਅੱਜ ਨੈਟਵਰਕ ਕਰਕੇ ਕਨੈਕਟ ਨਹੀਂ ਹੋ ਰਿਹਾ ਸੀ ਕੋਈ ਨਹੀਂ ਮੈਮ, ਸੌਰੀ ਤੁਹਾਨੂੰ ਨੈਟਵਰਕ ਦੀ ਪ੍ਰੋਬਲਮ ਆਈ ਉੱਥੇ ਉਹਦੇ ਵਿੱਚ ਹਾਂਜੀ ਹੁਣ ਮੈਮ, ਸੀ। ਸਾਡੇ ਹੈਗੀ ਆ ਥੋੜੀ ਜੀ, ਬਹੁਤ ਦੇਰ ਆਪਾਂ ਟਰਾਈ ਕਰਦੇ ਰਹੇ, ਬਾਕੀ ਹਾਂਜੀ ਬਹੁਤ ਵਧੀਆ ਕਰਾਉਂਦੇ ਆ ਤੁਸੀਂ ਹਰ ਲੈਕਚਰ, ਬਾਕੀ ਹੋ ਜਾਂਦੇ, ਅੱਜ ਹੀ ਆਈ ਹੈ ਮੈਡਮ ਪ੍ਰੋਬਲਮ ਇਹ। ਕੋਈ ਗੱਲ ਨਹੀਂ ਮੈਮ, ਸਾਡਾ ਡਿਪਾਰਟਮੈਂਟ ਨੇ ਸਾਰੀ ਲੈਕਚਰਸ ਅਪਲੋਡ ਕਰ ਰਿਹਾ ਹੈ ਵੀ YouTube ਤੇ ਵੀ, ਤੁਸੀਂ ਉੱਥੇ ਦੇ ਵਿਜ਼ਿਟ ਕਰਕੇ ਉੱਥੇ ਦੇਖ ਸਕਦੇ ਹੋ। ਆਪਣੇ ਆਪ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ YouTube ਚੈਨਲ ਨਾਲ, ਪੰਜਾਬੀ ਚੈਨਲ ਹੈ, ਤੁਸੀਂ ਉੱਥੇ ਜੋੜਿਆ ਕਰੋ ITI ਪੰਜਾਬ ਸਕਿੱਲ ਦੇ ਉੱਤੇ। ਉੱਥੇ ਕਾਫੀ ਵੀਡੀਓਜ਼ ਵਗੈਰਾ ਸਾਡੇ ਇੰਸਟ੍ਰਕਟਰ ਸਹਿਬਾਨ ਨੇ ਉੱਥੇ ਅਪਲੋਡ ਨੇ, ਤੁਸੀਂ ਉੱਥੇ ਤੋਂ ਆਪਣਾ ਲੈਕਚਰ ਕਰ ਸਕਦੇ ਹੋ ਕਵਰ ਮੈਮ। ਥੈਂਕ ਯੂ ਮੈਮ। ਠੀਕ ਹੈ ਜੀ, ਬਾਕੀ ਮੈਮ ਬਹੁਤ ਮਿਹਨਤ ਕਰ ਰਹੇ ਆ ਤੁਸੀਂ, ਇੰਨਾ ਜ਼ਿਆਦਾ ਸਾਰੇ ਹਰ ਰੋਜ਼। ਹਾਂਜੀ ਸਾਰੇ ਇੰਸਟ੍ਰਕਟਰ ਸਹਿਬਾਨ ਬਹੁਤ ਮਿਹਨਤ ਕਰਦੇ, ਮੈਂ ਇਕੱਲੀ ਨਹੀਂ ਕਰਦੀ, ਸਾਰੇ ਇੰਸਟ੍ਰਕਟਰ ਸਹਿਬਾਨ ਦਾ ਬਹੁਤ ਰੋਲ ਹੈ ਇਸ ਦੇ ਵਿੱਚ, ਸਾਰੇ ਹੀ ਬਹੁਤ ਮਿਹਨਤੀ ਨੇ। ਥੈਂਕ ਯੂ ਮੈਮ। ਹੋਰ ਕਿਸੇ ਦੀ ਕੋਈ ਕੁਐਰੀ ਹੈ, ਕੋਈ ਕੁਝ ਕਹਿਣਾ ਚਾਹੁੰਦਾ ਹੈ ਤਾਂ ਪਲੀਜ਼ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਕਹਿ ਸਕਦਾ ਹੈ, ਫਿਰ ਆਪਾਂ ਬਾਈਂਡ ਅਪ ਕਰੀਏ ਸਰ। ਹਾਂਜੀ ਐਂਡ ਕਰੀਏ। ਟਾਈਮ ਵੀ ਹੋ ਗਿਆ। ਥੈਂਕ ਯੂ ਸਰ, ਥੈਂਕ ਯੂ ਇੱਕ ਵਾਰ ਫਿਰ ਤੋਂ ਮੇਰੇ ਸਾਰੇ ਇੰਸਟ੍ਰਕਟਰ ਸਹਿਬਾਨ ਦਾ, ਮੇਰੇ ਸਟੂਡੈਂਟਸ ਦਾ, ਸਾਡੇ ਪ੍ਰਿੰਸੀਪਲ ਸਰ ਮਿਸਟਰ ਸ਼ਮਸ਼ੇਰ ਸਿੰਘ ਪਰਖਾਲੀ ਜੀ ਦਾ, GA ਸਹਿਬਾਨ ਔਰ ਮੇਰੇ ITA ਦੇ ਸਟਾਫ ਮੈਂਬਰਸ, ਮੇਰੇ ਕੋਲੀਗਸ, thank you so much, thank you iDot, thank you Mr. Tavan, thank you so much.
ਸਾਡੇ ਮਾਨਯੋਗ ਡਿਪਟੀ ਡਾਇਰੈਕਟਰ ਮਿਸਟਰ ਵਜ਼ੀਰ